ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਹਤ ਸੰਭਾਲ ਦਾ। ਅੱਜ ਵੀਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਦੇ ਨੇ। ਘਰੇਲੂ ਨੁਸਖੇ, ਹੋਮ ਰੈਮਡੀਜ਼ ਦੇ ਬਾਰੇ ਆਪਾਂ ਨੂੰ ਜਿਹੜੀਆਂ ਉਹ ਜਾਣਕਾਰੀਆਂ ਜਿਹੜੀਆਂ ਉਹ ਦੱਸਦੇ ਨੇ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਜਿਹੜੇ ਨੁਸਖੇ ਆ, ਹੋਮ ਰੈਮਡੀਜ਼ ਹੀ ਜਿਹੜੀਆਂ ਆ ਉਹ ਦੱਸੀਆਂ ਜਾਂਦੀਆਂ। ਅਤੇ ਆਓ ਆਪਾਂ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਦੇਬਾਂ, ਅਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਨੀਵਰਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਜਗਤਾਰ ਸਿੰਘ ਔਲਖ ਫਰੈਜ਼ਨੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਸਿੰਘ ਝੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਆਪਾਂ ਕਰਦੇ ਹਾਂ ਜੀ ਹੁਣ ਗੱਲਬਾਤ ਜਗਵੀਰ ਸਿੰਘ ਜੀ ਦੇ ਨਾਲ। ਜਗਵੀਰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਗੱਲ ਅੱਜ ਪਹਿਲਾਂ ਕਰਦੇ, ਜਿਹੜਾ ਕਹਿੰਦੇ ਮੂੰਹ ਵਿੰਗਾ ਹੋ ਗਿਆ, ਲਕਵਾ ਪੈ ਗਿਆ ਜੀ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੰਦ ਦੇ ਬੀਜ। 2 ਚਮਚੇ ਸੰਦ ਦੇ ਬੀਜ ਸ਼ਹਿਦ ਨੂੰ ਮਿਲਾ ਕੇ ਤੁਸੀਂ ਖਾਣੇ, ਮੂੰਹ ਪਾ ਕੇ ਹੌਲੀ ਹੌਲੀ ਉਹਨੇ ਚੱਬ ਕੇ ਖਾਣੇ ਆ, ਜਾਂ ਜਿਸ ਤਰ੍ਹਾਂ ਵੀ ਅੰਦਰ ਲਗਾਉਣੇ ਆ। ਉਹਦੇ ਨਾਲ ਫਰਕ ਪੈ ਜੂਗਾ ਤੁਹਾਨੂੰ। 2-3 ਹਫ਼ਤਿਆਂ ਬਾਅਦ ਠੀਕ ਹੋ ਜੂਗਾ। ਜਾਂ ਫਿਰ ਤੁਸੀਂ ਛੋਟੀ ਹੱਡਾਂ ਜਿਹੜੀਆਂ ਹੁੰਦੀਆਂ ਕਾਲੀ ਹੱਡਾਂ, ਉਹ ਮੂੰਹ ਪਾ ਕੇ ਚੂਸੀ ਚੱਲੋ, ਉਹਨੂੰ ਦਿਨ ਬਾਅਦ 2-3 ਚੂਸ ਲੀਆਂ, ਉਹ ਨਾਲ ਠੀਕ ਹੋ ਸਕਦਾ। ਨਹੀਂ ਤਾਂ ਤੁਹਾਨੂੰ ਇੱਥੇ 10 ਮੂਲ ਇੱਥੇ ਬਣਿਆ ਬਣਾਇਆ ਤੁਹਾਨੂੰ ਮਿਲ ਜੂਗਾ ਜੀ, ਲਿਫਾਫਿਆਂ ਵੀ ਹੁੰਦਾ 10 ਮੂਲ ਜੀ। ਉਹ ਤੁਸੀਂ ਆਪਣੇ ਜਿੰਨਾ ਉਹਦੇ ਲਿਖਿਆ ਹੋਊਗਾ ਤਕਰੀਬਨ ਉਹਦੇ ਹਿਸਾਬ ਨਾਲ ਤੁਸੀਂ ਬਣਾ ਲਿਓ। ਜਾਂ 2 ਚਮਚੇ ਤੁਸੀਂ ਅੱਧਾ ਕਿਲੋ ਪਾਣੀ ਮੈਂ ਉਬਾਲ ਕੇ ਜਾਂ ਉਬਾਲੀ ਜਾਣਾ ਉਹਨੇ, ਜਾਂ 100 ਗ੍ਰਾਮ ਰਹਿ ਜਾਵੇ, ਉਹ ਤੁਸੀਂ ਆਪਣੇ ਵਿੱਚੋਂ ਥੋੜ੍ਹਾ ਜਿਹਾ ਫਿਰ ਨੂਣ, ਸੇਂਦਾ ਨੂਣ ਪਾਉਣਾ, ਤੇ ਵਿੱਚੋਂ ਅਰੰਡੀ ਦੇ ਤੇਲ ਦੇ 2 ਚਮਚੇ ਉਹ ਤੁਸੀਂ ਪੀਣੇ ਹੈਗੇ ਜੀ। ਜਾਂ ਫਿਰ ਤੁਸੀਂ ਆਪਣੇ ਲਸਣ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ। ਸਰੋਂ ਦੇ ਤੇਲ ਨੂੰ ਲਸਣ ਪਾ ਕੇ ਉਹਨੂੰ ਉਬਾਲ ਕੇ, ਜਦ ਲਸਣ ਤੈਰ ਕੇ ਉੱਪਰ ਆ ਜਾਵੇ, ਉਹ ਥੋੜ੍ਹੀ ਆਂਚ ਤੇ ਉਬਾਲਣਾ। ਨਹੀਂ ਜੇ ਥੋੜ੍ਹਾ ਐਂ ਕਰੋ, ਥੋੜ੍ਹਾ ਤੁਸੀਂ ਪਾਣੀ ਵੀ ਪਾ ਸਕਦੇ ਹੈਗੇ ਵਿੱਚੋਂ ਵੀ। ਜੇ 100 ਗ੍ਰਾਮ ਤੁਸੀਂ ਤੇਲ ਲਿਆ ਹੈਗਾ, 1 ਕਟਾ ਲਸਣ ਦਾ, ਤੇ 50 ਗ੍ਰਾਮ ਪਾਣੀ ਪਾ ਕੇ ਵਿੱਚੋਂ, ਜਾਂ 100 ਗ੍ਰਾਮ ਇਹ ਪਾਣੀ ਪਾ ਦਿਓ ਵਿੱਚ, ਉਹਨੂੰ ਉਬਾਲੀ ਚੱਲੋ। ਜਾਂ ਇਕੱਲਾ ਤੇਲ ਜਾਂ ਰਹਿ ਜਾਊਗਾ, ਤੇ ਸਾਰਾ ਅਸਰ ਜਾਂ ਜਿਸ ਤਰ੍ਹਾਂ ਲਸਣ ਦਾ ਵਿੱਚੋਂ ਆ ਜਾਊਗਾ ਉਹਦੇ। ਜਾਂ ਉਹ ਥੋੜ੍ਹੀ ਅੱਗ ਤੇ ਤੁਸੀਂ ਇਕੱਲੇ ਹੀ ਲਸਣ ਪਾ ਕੇ ਉਬਾਲੋ। ਉਹ ਤੇਲ ਦੀ ਮਾਲਿਸ਼ ਕਰਨੀ ਹੈਗੀ ਤੁਸੀਂ ਸਾਰੇ ਆਪਣੇ ਐਨ, ਜਿੱਥੇ ਆਪਣੇ ਮੋਟੀ ਜਿਹੀ ਹੱਡੀ ਹੈਗੀ ਕੰਨ ਦੇ ਨਾਲ, ਤੁਸੀਂ ਟੱਚ ਕਰਕੇ ਦੇਖੋਗੇ ਉੱਥੇ ਆਪਣੇ ਜਿਹੜੇ ਪਾਸੇ ਦਾ ਹੈਗਾ ਉੱਥੇ ਮਾਲਿਸ਼ ਤੁਸੀਂ ਸਾਰੇ ਮਾਲਿਸ਼ ਕਰ ਲਓ, ਉਹਦੇ ਲਈ ਫਰਕ ਪੈ ਜੂਗਾ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਤੇ ਅੱਗੇ ਚੱਲਦੇ ਹੈਗੇ। ਜਾਂ ਤੁਸੀਂ ਆਪਣੇ ਚਲੋ ਬਹੁਤ ਹੈ ਨੁਕਸੇ, ਇਹ ਠੀਕ ਹੋ ਜੂਗਾ ਇਹਨਾਂ ਨਾਲ। 2-3 ਹਫ਼ਤੇ ਲੱਗੂਗੇ, 2 ਹਫ਼ਤੇ ਠੀਕ ਹੋ ਜੂਗਾ। ਜਿਹੜੇ ਪੁੱਛਦੇ ਸੀਗੇ ਆਪਣੇ ਬਵਾਸੀਰ ਹੋਈ ਵੀ ਹੈ, ਖੁੰਨੀ ਮੌਕਿਆਂ ਵਾਲੀ, ਉਹ ਤੁਸੀਂ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ 20 ਗ੍ਰਾਮ, ਤੇ ਗਲੈਸਰੀਨ ਪਾਣੀ ਹੈਗੀ ਵਿੱਚੋਂ 10 ਗ੍ਰਾਮ। ਜਾਂ ਅੰਦਾਜ਼ੇ ਨਾਲ ਪਾ ਲਓ ਤੁਸੀਂ 4 ਚਮਚੇ ਤਾਰੇ ਮੀਰੇ ਦੇ ਤੇਲ ਵਾਲੇ, 2 ਚਮਚੇ ਗਲੀਸਰੀਨ ਦੇ ਮਿਕਸ ਕਰਕੇ ਉਹ ਆਪਣੇ ਮੌਕਿਆਂ ਤੇ ਲਗਾਉਣੀ ਹੈਗੀ। ਉਹਦੇ ਨਾਲ ਤੁਹਾਨੂੰ ਆਪਣੇ 1 ਦਿਨ ਵਿੱਚ ਸਾਰੇ ਆਪਣੇ ਮੌਕੇ ਜੇ ਸੁੰਗੜਨੇ ਸਟਾਰਟ ਹੋ ਜਾਊਗੇ। ਦਰਦ ਤੇ ਖਾਰਤਾ ਉਸੇ ਟਾਈਮ ਬੰਦ ਹੋ ਜਾਂਦੀ ਹੈ ਜਿਸ ਟਾਈਮ ਤੁਸੀਂ ਲਗਾਓਗੇ। ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚ ਨਾਰੀਅਲ ਦੇ, ਕਹਿੰਦੇ ਸੀ ਕਿ ਨਾਰੀਅਲ ਜਿਹੜਾ ਹੁੰਦਾ ਉਹਦੇ ਬਾਲ ਜਲਾ ਕੇ ਤੁਸੀਂ ਉਹਦੀ ਸੁਆਹ ਕਰ ਲੈਣੀ ਹੈਗੀ, ਉਹਨੂੰ ਛਾਣ ਕੇ, ਕੱਪੜ ਛਾਣ ਕਰਕੇ ਉਹ ਤੁਸੀਂ 2 ਚਮਚੇ ਲੈਣੀ ਹੈਗੀ, ਤੇ ਵਿੱਚੋਂ ਤੁਸੀਂ ਉਹਨੇ ਚਾਹੇ ਮਿਸ਼ਰੀ ਵੀ ਮਿਲਾ ਕੇ ਉਹ ਖਾ ਸਕਦੇ ਹੈਗੇ ਤੁਸੀਂ। ਇਹਦੇ ਨਾਲ ਵੀ ਬਵਾਸੀਰ ਬੰਦ ਹੋ ਜਾਂਦੀ ਹੈ। ਕਹਿੰਦੇ ਇਸੀ ਨੁਕਸੇ ਨਾਲ ਜਿਹੜਾ ਜੇ ਔਰਤਾਂ ਨੂੰ ਜਿਸ ਤਰ੍ਹਾਂ ਆਪਣੇ ਖੂਨ ਨਹੀਂ ਬੰਦ ਹੁੰਦਾ ਹੈਗਾ, ਉਹ ਵੀ ਜ਼ਿਆਦਾ ਮਾਹਵਾਰੀ ਆਉਂਦੀ ਹੈਗੀ, ਤੇ ਉਹਦੇ ਨਾਲ ਉਹਦੇ ਤੇ ਵੀ ਫਰਕ ਪੈ ਜਾਊਗਾ ਤੁਹਾਨੂੰ ਜੇ ਬੰਦ ਕਰਨੀ ਮਾਹਵਾਰੀ। ਇਹ ਨੁਕਸਾ ਤੁਸੀਂ ਇੱਥੇ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚ। ਤੇ ਇਹਦੇ ਵਿੱਚ ਫਿੱਗ ਖਾਣੇ ਜ਼ਰੂਰੀ ਹੈਗੇ ਜੀ, ਜਿਨ੍ਹਾਂ ਨੂੰ ਬਵਾਸੀਰ ਹੋਈ ਵੀ ਹੈਗੀ। ਇਹਦੇ ਨਾਲ ਤਾਂ 2 ਫਿੱਗ ਤੁਸੀਂ 2 ਜਾਂ 3 ਫਿੱਗ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣੇ ਹੈਗੇ, ਤੇ ਸਵੇਰ ਨੂੰ ਉਹ ਖਾ ਲੈਣੇ ਹੈਗੇ। ਜੇ ਤਾਜ਼ੇ ਮਿਲਦੇ ਤਾਂ ਤੁਸੀਂ ਤਾਜ਼ੇ ਐਂ ਖਾ ਸਕਦੇ ਹੈਗੇ। ਤੇ 2-3 ਸਵੇਰ ਨੂੰ ਭਿਓ ਕੇ ਰੱਖ ਦਿਓ ਤੇ ਰਾਤ ਨੂੰ ਪੈਣ ਲੱਗੇ ਖਾ ਲਓ। ਇਹਦੇ ਨਾਲ ਥੋੜ੍ਹੀ ਆਉਂਦੀ ਜਿਹੜੀ ਪੇਟ ਦੀ ਸਮੱਸਿਆ, ਕਬਜੀ ਹੈ, ਕਬਜੀ ਨਹੀਂ ਆਉਣੀ ਚਾਹੀਦੀ ਇਹਨਾਂ ਨੂੰ। ਤੇ ਕਬਜੀ ਜ਼ਿਆਦਾ ਹੁੰਦੀ, ਜ਼ੋਰ ਲੱਗਦਾ, ਫਿਰ ਖੂਨ ਵੀ ਤਾਂ ਹੀ ਜ਼ਿਆਦਾ ਆਉਂਦਾ ਜੀ। ਤੇ ਤੁਸੀਂ ਅਮਰੂਦ ਖਾ ਸਕਦੇ ਹੈਗੇ ਇਹਦੇ ਵਿੱਚ, ਉਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਅਮਰੂਦ ਖਾਓ, ਇਹ ਬਵਾਸੀਰ ਨੂੰ ਹਟਾ ਦਿੰਦੇ ਹੈਗੇ। ਫਿਰ ਅਨਾਰ ਦੇ ਛਿਲਕੇ ਪੀ ਕੇ ਤੁਸੀਂ ਸੁਕਾ ਕੇ ਉਹਨਾਂ ਨੂੰ ਪੀ ਲਓ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ।
ਇਹ ਤੁਸੀਂ ਖਾ ਸਕਦੇ ਹੈਗੇ। ਅੱਗੇ ਚੱਲਦੇ ਹੈਗੇ, ਫਿਰ ਇਹਦੇ ਵਿੱਚੋਂ ਤੁਸੀਂ ਲੱਸੀ ਦੇ ਵਿੱਚ ਤੁਸੀਂ ਆਪਣੇ ਅਜਵਾਇਣ ਪਾ ਕੇ ਇਹ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਰਸੌਂਤ, ਇਹਦੇ ਤੁਸੀਂ ਆਪਣੇ ਇੱਕ ਜਿਸ ਤਰ੍ਹਾਂ ਕਾਬਲੀ ਛੋਲੇ ਦੇ ਦਾਣੇ ਜਿੱਦੀ ਹੁੰਦੀ ਹੈ, ਉਹ ਤੁਸੀਂ ਦਹੀਂ ਮਾ ਪਾ ਕੇ ਖਾਣ ਲੱਗ ਜਾਓ। ਇਹਦੇ ਨਾਲ ਵੀ ਸਾਡੀ ਆਪਣੇ ਬਵਾਸੀਰ ਹਟ ਜੂਗੀ। ਇਹ 2 ਟਾਈਮ ਵੀ ਖਾ ਲਿਆ ਕਰੋ, ਭਾਵੇਂ ਕਾਬਲੀ ਛੋਲੇ ਦੇ ਦਾਣੇ ਜੀ ਨਹੀਂ, ਦਹੀਂ ਮਾ ਪਾ ਕੇ ਤੁਸੀਂ ਆਪਣੇ ਖਾ ਲਈ 2 ਟਾਈਮ ਖਾ ਲਓ, ਤੁਹਾਡੇ ਹਫ਼ਤੇ ਵਿੱਚ ਆਉਣੇ ਇਹ ਠੀਕ ਹੋ ਜੂਗੀ ਬਵਾਸੀਰ ਜਿਹੜੀ ਹੈਗੀ। ਨਹੀਂ ਤਾਂ ਐਂ ਕਰੋ, ਤੁਸੀਂ 10 ਗ੍ਰਾਮ ਫਟਕੜੀ ਲੈ ਲੈਣੀ ਹੈਗੀ, ਉਹਦੀ ਖਿੱਲ ਕਰ ਲੈਣੀ ਹੈਗੀ ਤੁਸੀਂ। ਯਾਰ ਨਹੀਂ ਖਿੱਲ ਵੀ ਕਰਨੀ, ਇਹਦਾ ਕੋਈ ਵਿਗਾੜ ਵੀ ਨਹੀਂ ਲਗਾਉਣੀ ਹੈ ਤੁਸੀਂ। ਅਸੀਂ 10 ਗ੍ਰਾਮ ਤੁਸੀਂ ਫਟਕੜੀ ਲੈ ਕੇ ਉਹਨੂੰ ਪੀ ਲੈਣਾ, ਤੇ 20 ਗ੍ਰਾਮ ਮੱਖਣ ਦੇ ਵਿੱਚ ਮਿਕਸ ਕਰਕੇ ਮੱਲਮ ਜੀ ਬਣਾ ਲੈਣੀ ਹੈਗੀ ਉਹਦੀ। ਇਹ ਤੁਸੀਂ ਮੌਕੇ ਤੇ ਲਗਾ ਸਕਦੇ ਹੈਗੇ। ਅੱਛਾ, ਫਿਰ ਆਪਣੇ ਤੁਸੀਂ ਦਹੀਂ ਦਾ ਜ਼ਿਆਦਾ ਯੂਜ਼ ਕਰਨਾ ਹੈਗਾ, ਦਹੀਂ ਜ਼ਿਆਦਾ ਯੂਜ਼ ਕਰੋ ਜਿੰਨੀ ਸੱਤੇ ਹੁੰਦੀ ਹੈਗੀ। ਇਹ ਵੀ ਆਪਣੇ ਬਵਾਸੀਰ ਵਾਸਤੇ ਵਧੀਆ ਚੀਜ਼ ਰਹਿੰਦੀ। ਅੱਗੇ ਜਿਹੜੇ ਕਮਜ਼ੋਰੀ ਕਹਿੰਦੇ ਤੇ ਸਰੀਰਾਂ ਕਮਜ਼ੋਰੀ ਰਹਿੰਦੀ ਹੈਗੀ, ਉਹ ਤਾਂ 200 ਗ੍ਰਾਮ ਤੁਸੀਂ ਮਿਸ਼ਰੀ ਲੈ ਲਓ, 50 ਗ੍ਰਾਮ ਤੁਸੀਂ ਆਪਣੇ ਕਾਲੀ ਮਿਰਚਾਂ ਜੀ, 100 ਗ੍ਰਾਮ ਸੌਂਫ ਤੇ 200 ਗ੍ਰਾਮ ਕਾਜੂ ਤੇ 200 ਗ੍ਰਾਮ ਬਦਾਮ, ਇਹ ਮਿਕਸ ਕਰਕੇ ਤੁਸੀਂ ਆਪਣੇ ਰੱਖ ਲਓ। ਜਿੰਨਾ ਤਰ੍ਹਾਂ ਜੀ ਕਰਦਾ 2-3 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਖਾ ਲਿਆ ਕਰੋ। ਇਹਦੇ ਨਾਲ ਥੋੜੀ ਕਮਜ਼ੋਰੀ ਦੂਰ ਹੋ ਜੂਗੀ। ਜਿਹੜੇ ਪੱਥਰੀ ਵਾਸਤੇ ਪੁੱਛਦੇ ਸੀਗੇ, ਉਹ ਪਿਆਜ਼ ਦਾ ਰਸ ਚੀਨੀ ਮਿਲਾ ਕੇ ਉਹ ਪੀ ਸਕਦੇ ਹੈਗੀ, ਜਿਨ੍ਹਾਂ ਦੇ ਪੱਥਰੀ ਹੈਗੀ ਉਹਨੇ। ਤੇ ਪਖੜਾ ਚੂਰਨ ਇਹ ਤੁਸੀਂ ਲੈ ਸਕਦੇ ਹੈ, ਪਰ ਲੈਣਾ ਹੈਗਾ ਭੇਡ ਦੇ ਦੁੱਧ ਨਾਲ, ਜੇ ਤੁਹਾਨੂੰ ਇੱਥੇ ਮਿਲਦਾ ਤਾਂ। ਅੱਛਾ, ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਕਿਡਨੀ ਸਟੋਨ ਵਾਸਤੇ ਜੌਂ ਖਾਰ 50 ਗ੍ਰਾਮ, ਪਖਾਨ ਭੇਦ 50 ਗ੍ਰਾਮ, ਜੀਰਾ 50 ਗ੍ਰਾਮ, ਛੋਟੀ ਇਲਾਇਚੀ 50 ਗ੍ਰਾਮ, ਕਲਮੀ ਛੋਰਾ 25 ਗ੍ਰਾਮ। ਇਹ ਤੁਸੀਂ ਆਪਣੇ ਲੈ ਲਓ ਤੇ ਸਾਰੀਆਂ ਚੀਜ਼ਾਂ ਮਿਕਸ ਕਰਕੇ ਰੱਖ ਲਓ। ਤੇ ਆਪਣੇ ਤੁਸੀਂ ਕੁਲਥੀ ਦੀ ਦਾਲ ਬਣਾਉਣੀ ਹੈਗੀ, ਪਤਲੀ ਜੀ ਬਣਾਉਣੀ ਹੈ। ਇਸ ਤਰ੍ਹਾਂ ਜ਼ਿਆਦਾ ਪਾਣੀ ਜ਼ਿਆਦਾ ਪਾ ਕੇ, ਜਦੋਂ ਉਬਲ ਜਾਵੇ ਪਾਣੀ ਐ ਗਲ ਜਾਵੇ ਦਾਲ ਜੀ, ਉਹਦਾ ਜਿਹੜਾ ਜ਼ਿਆਦਾ ਪਾਣੀ ਹੋਊਗਾ ਉਹਦੇ ਨਾਲ ਤੁਸੀਂ 1 ਚਮਚਾ ਇਹਦਾ ਦਵਾਈ ਦਾ ਖਾਣਾ ਹੈਗਾ ਜੀ। ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੌਕੀ ਦਾ ਜੂਸ ਜਾਂ ਖੀਰੇ ਦਾ ਜੂਸ, ਮੂਲੀ ਦਾ ਜੂਸ, ਇਹ ਸਵੇਰ ਨੂੰ ਉੱਠ ਕੇ ਪੀਓ। ਇਹ ਵੀ ਆਪਣੇ ਪਥਰੀ ਨੂੰ ਕੱਢ ਦਿੰਦਾ ਜੀ। ਫਿਰ ਪੱਥਰ ਚੱਟਾ, ਇਹ ਜੇ ਪੱਤੇ ਮਿਲਦੇ ਤਾਂ ਇਹ ਤੁਸੀਂ ਖਾ ਸਕਦੇ 5-7 ਪੱਤੇ ਜੀ। ਜੇ ਨਹੀਂ ਮਿਲਦੇ ਤਾਂ ਤੁਸੀਂ ਆਪਣੇ ਪੱਥਰ ਚੱਟਾ ਤੁਸੀਂ ਇਹਦਾ ਜੂਸ ਜਾਂ ਵੀ ਕੱਢਿਆ ਕਢਾਇਆ ਮਿਲ ਜਾਂਦਾ ਜੀ, ਉਹ ਤੁਸੀਂ 2-3 ਚਮਚੇ ਸਵੇਰ ਨੂੰ ਤੇ 2-3 ਚਮਚੇ ਸ਼ਾਮ ਨੂੰ ਉਹ ਪਾਣੀ ਨਾਲ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਪਖੜੇ ਦਾ ਤੁਸੀਂ ਆਪਣੇ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ। ਪਖੜੇ ਦੀ 2 ਚਮਚੇ ਪਖੜੇ ਦੇ ਪਾ ਕੇ ਪਾਣੀ ਮੈਂ ਚੰਗੀ ਤਰ੍ਹਾਂ ਉਬਾਲ ਕੇ ਉਹ ਪੀ ਲਿਆ ਕਰੋ। ਫਿਰ ਨਾਰੀਅਲ ਦਾ ਪਾਣੀ ਤੁਸੀਂ ਨਿੰਬੂ ਨਿਚੋੜ ਕੇ ਪੀ ਲਿਆ ਕਰੋ, ਇਹ ਵੀ ਫਾਇਦਾ ਕਰਦਾ। ਇਹਦਾ ਮਤਲਬ ਇਹ ਹੈ ਇਹ ਆਪਣੇ ਕੱਢਣੇ ਤੁਸੀਂ ਜ਼ਿਆਦਾ ਪ੍ਰੈਸ਼ਰ ਪਾਉਣਾ ਹੈਗਾ ਵੀ ਸਾਰਾ ਪਿਸ਼ਾਬ ਜੋ ਨਾਲ ਆਵੇ ਉਸ ਤੋਂ ਪਥਰੀ ਕੱਢ ਦਿੰਦਾ। ਤੇ ਗਾਜਰਾਂ ਦਾ ਜੂਸ ਇਹ ਤੁਸੀਂ ਆਪਣੇ ਰੱਜ ਕੇ ਪੀਓ, ਐਨ ਪੂਰਾ ਗਲਾਸ ਭਰ ਕੇ ਵੱਡਾ 2 ਟਾਈਮ ਪੀ ਲਿਆ ਕਰੋ ਸਵੇਰ ਸਾਂਝ, ਇਹ ਵੀ ਪਥਰੀ ਨੂੰ ਕੱਢ ਦਿੰਦਾ ਜੀ। ਮੇਰੇ ਮੁੰਡੇ ਦੇ ਹੋ ਗਈ ਸੀਗੀ ਉਹਨੇ, ਤੇ ਅਸੀਂ ਤਾਂ ਗਾਜਰਾਂ ਦਾ ਜੂਸ ਨੂੰ ਕਿਹਾ ਮੈਂ ਇਹ ਟਰਾਈ ਕਰਕੇ ਦੇਖ ਲਿਆ ਪਹਿਲਾਂ, ਉਹਦੇ ਹਫ਼ਤੇ ਦੇ ਵਿੱਚ ਨਿਕਲ ਗਈ ਸੀਗੀ ਜੀ ਆਪਣੇ ਆਪ। ਇੱਕ ਸਵੇਰ ਨੂੰ ਵੱਡਾ ਗਲਾਸ ਪੀ ਲੈਂਦਾ ਸੀ ਗਾਜਰਾਂ ਦਾ ਜੂਸ ਕੱਢ ਕੇ। ਘਰ ਕੱਢ ਕੇ ਪੀਣਾ ਹੈਗਾ, ਟਾਊਨ ਵਾਲਾ ਜੂਸ ਨਹੀਂ ਲੈਣਾ। ਇਹ ਤੁਸੀਂ ਆਪਣੇ ਖਿਆਲ ਰੱਖਣਾ ਥੋੜ੍ਹਾ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਮੂੰਹ ਕੌੜਾ ਜਿਹਾ ਰਹਿੰਦਾ ਹੈਗਾ ਜਾਂ ਮੂੰਹ ਦਾ ਸਵਾਦ ਜਿਸ ਤਰ੍ਹਾਂ ਨਹੀਂ ਠੀਕ ਰਹਿੰਦਾ, ਉਹ ਤੁਸੀਂ ਆਪਣੇ ਕਾਲੀ ਮਿਰਚਾਂ ਤੇ ਲੌਂਗ ਤੇ ਵਿੱਚ ਥੋੜਾ ਨਿੰਬੂ ਨਿਚੋੜ ਕੇ ਉਹਦੇ ਇੱਕ ਪਹਿਲਾਂ ਹਥੇਲੀ ਦੇ ਜਿਸ ਆਪਾਂ ਕਰਦੇ ਹਾਂ ਬੁਰਸ਼ ਜਿਹਾ ਜੀ, ਇਹ 2 ਚੀਜ਼ਾਂ ਬਰਾਬਰ ਕਰਕੇ ਚੁਟਕੀ 2 ਚੁਟਕੀਆਂ ਤੇਲੀ ਤੇ ਪਾ ਕੇ ਨਿੰਬੂ ਨਿਚੋੜ ਕੇ ਉਹਦੇ ਨਾਲ ਤੁਸੀਂ ਆਪਣੇ ਬੁਰਸ਼ ਬਚ ਜਾ ਕਰ ਲਓ, ਉਹਦੇ ਨਾਲ ਚੰਗਾ ਰਹੂਗਾ। ਜਾਂ ਨਹੀਂ ਤਾਂ ਐਂ ਕਰੋ ਕਾਲੀ ਮਿਰਚਾਂ ਤੇ ਲੌਂਗ ਬਰਾਬਰ ਲੈ ਕੇ ਉਹਦੇ ਵਿੱਚ 2 ਨਿੰਬੂ ਨਿਚੋੜ ਕੇ ਉਹਨੂੰ ਧੁੱਪ ਮਾ ਸੁਕਾ ਕੇ ਆਪਣੇ ਮੰਜੇ ਜਾਂ ਜਿਸ ਤਰ੍ਹਾਂ ਬਣ ਜਾਊਗਾ ਉਹਦਾ ਅੱਧਾ ਚਮਚਾ ਮੂੰਹ ਮਾ ਪਾ ਕੇ ਹੌਲੀ ਚੁੱਸੀ ਗਏ, ਮੂੰਹ ਦਾ ਟੇਸਟ ਵੀ ਠੀਕ ਹੋ ਜਾਊਗਾ, ਕਦੇ ਹਾਜ਼ਮੇ ਵਾਸਤੇ ਵੀ ਠੀਕ ਰਹੂਗਾ, ਗੈਸ ਗੂਸ ਜਿਹੜੀ ਬਣਦੀ ਹੈ ਉਹਦੇ ਵਾਸਤੇ ਵੀ ਠੀਕ ਰਹੂਗਾ ਜੀ। ਇਹ ਤੁਸੀਂ ਕਰ ਸਕਦੇ ਹੈਗੇ। ਜਿਹੜੇ ਕੰਨ ਮਾ ਕਹਿੰਦੇ ਸੀ ਇਹ ਖਾਰਸ਼ ਜੀ ਰਹਿੰਦੀ ਹੈਗੀ, ਉਹ ਤਾਂ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਵੀ ਥੋੜ੍ਹਾ ਜਿਹਾ ਆਪਣੇ ਮੁਸ਼ਕਪੂਰ ਜਾਂ ਨਹੀਂ ਤਾਂ ਖੋਪੇ ਦੇ ਤੇਲ ਨਾਰੀਅਲ ਦੇ ਤੇਲ ਵਿੱਚ ਥੋੜ੍ਹਾ ਜਿਹਾ ਮੁਸ਼ਕਪੂਰ ਪਾ ਕੇ ਉਹੀ ਆਪਣੇ ਤੁਸੀਂ ਕੇਵ ਟਿਪ ਨਾਲ ਕੰਨਾਂ ਮਾ ਫੇਰ ਲਿਆ ਕਰੋ, ਉਹੀ ਵਧੀਆ ਚੀਜ਼ ਹੋਊਗੀ ਤੁਹਾਨੂੰ। ਨਹੀਂ ਤਾਂ ਨਿੰਬ ਦਾ ਤੇਲ ਤੁਸੀਂ ਕੇਵ ਟਿਪ ਨਾਲ ਕੰਨਾਂ ਮਾ ਫੇਰ ਲਿਆ, ਇਹ ਵੀ ਯੂਜ਼ ਕਰ ਸਕਦੇ ਹੈਗੇ। ਫਿਰ ਸਰੋਂ ਦੇ ਤੇਲ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਲਸਣ ਸਾੜ ਕੇ ਉਹ ਭੁੰਨ ਕੇ ਤੁਸੀਂ ਉਹ ਕੇਵ ਟਿਪ ਨਾਲ ਲਗਾ ਸਕਦੇ ਹੈਗੇ ਕੰਨਾਂ 'ਚ, ਇਹਦੇ ਨਾਲ ਜਿਹੜੀ ਖਾਰਿਸ਼ ਦੂਰ ਹੋ ਜੂਗੀ। ਤੇ ਆਪਣੇ ਜਿਹੜੇ ਨਮੂਨੀਆ ਕਹਿੰਦੇ ਸੀਗੇ ਨਮੂਨੀਆ ਹੋ ਗਿਆ ਹੈਗਾ, ਉਹ ਤੁਸੀਂ ਨਮੂਨੀਆ ਵਾਲੇ ਤਾਂ ਆਪਣੇ ਸਾਰੇ ਤੋਂ ਪਹਿਲਾਂ ਤਾਂ ਲੰਗਸ ਦੇ ਵਿੱਚ ਆਪਣੇ ਪਸਲੀਆਂ ਵਾ ਦਰਦ ਜਿਹਾ ਲੱਗ ਜਾਂਦਾ। ਹੁਣ ਇਹਦੇ ਨਮੂਨੀਆ ਵਾਲਿਆਂ ਦੇ ਉਹ ਤੁਸੀਂ ਲੈਣੀ ਹੈਗੀ ਆਪਣੇ ਤਿਲਾਂ ਦਾ ਤੇਲ ਤੇ ਵਿੱਚੋਂ ਮੁਸ਼ਕਪੂਰ ਲੈਣਾ ਹੈਗਾ ਤੇ ਆਪਣੇ ਲੈਣਾ ਹੈਗਾ ਤਾਰ ਪੀਣ ਦਾ ਤੇਲ,
ਟਰਪੰਟਾਇਨ ਕਹਿੰਦੇ ਇਹਨੂੰ, ਇਹ ਤਾਰਪੀਨ ਦੇ ਤੇਲ ਲਓ। ਇਹ ਉੱਥੇ ਪੇਂਟ ਵਾਲੀ ਸਟੋਰਾਂ 'ਚ ਤੁਹਾਨੂੰ ਆਮ ਮਿਲ ਜੂਗਾ, ਉੱਥੇ ਸ਼ੀਸ਼ੀਆਂ 'ਚ ਪਿਆ। ਉਹ ਤੁਸੀਂ 2 ਤੇਲ ਬਰਾਬਰ ਲੈਣੇ ਹੈਗੇ। ਜੇ 50 ਗ੍ਰਾਮ ਲੈ ਭੱਜ ਗਿਆ ਔਲੀ ਤਾਂ ਵਿੱਚੋਂ 4-5 ਟਿੱਕੀਆਂ ਤੁਸੀਂ ਆਪਣੇ ਮਸ਼ਕਬੂਰ ਦੀਆਂ ਪਾ ਲੈਣੀਆਂ ਪੀ ਕੇ। ਉਹ ਤੇਲ ਦੀ ਤੁਸੀਂ ਮਾਲਿਸ਼ ਕਰਨੀ ਹੈਗੀ ਸਾਰੇ ਆਪਣੇ ਫੇਫੜਿਆਂ ਦੇ ਉੱਤੇ, ਪਸਲੀਆਂ ਦੇ ਉੱਤੇ। ਉਹ ਵਧੀਆ ਚੀਜ਼ ਹੋ ਗਈ ਇਹਦੇ ਵਾਸਤੇ, ਗੈਸ ਗੁੱਡ ਰਹੂਗਾ ਇਹਦੇ ਵਾਸਤੇ। ਅੱਛਾ, ਵੀ ਤੁਸੀਂ ਲਸਣ ਦੀਆਂ ਤੇ ਕਾਲੀ ਮਿਰਚਾਂ 2-3 ਗੰਢੀਆਂ ਲਸਣ ਦੀਆਂ ਤੇ 5-7 ਕਾਲੀਆਂ ਮਿਰਚਾਂ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਚਾਹ ਜੀ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਫਿਰ ਓਲੀਵ ਆਇਲ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਜੀ, 2 ਚਮਚੇ ਓਲੀਵ ਆਇਲ ਦੇ ਪੀ ਲਿਆ ਕਰੋ ਭਾਵੇਂ। ਫਿਰ ਨਹੀਂ ਤਾਂ ਮਗਾਂ, ਸੁੰਡ, ਕਾਲੀ ਮਿਰਚਾਂ ਇਹ ਬਰਾਬਰ ਲੈ ਕੇ ਪੀ ਕੇ ਇਹਨੂੰ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਆਪਣੇ ਚੱਟ ਲੈਣਾ ਤੁਸੀਂ। ਫਿਰ ਲਸਣ ਨੂੰ ਤੁਸੀਂ ਬਾਰ ਆਪਣੇ ਸੁੰਘ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੋਊਗੀ ਤੁਹਾਡੇ ਵਾਸਤੇ। ਫਿਰ ਤੁਲਸੀ ਦੇ ਵਿੱਚ ਬਹੁਤ ਵਧੀਆ ਚੀਜ਼ ਰਹਿੰਦੀ ਹੈ ਨਮੂਨੀਆ ਵਾਲਿਆਂ ਨੂੰ। ਤੁਲਸੀ 2 ਚਮਚੇ ਦੀ ਆਪਣੇ 1.5-2 ਚਮਚੇ ਦੀ ਪਾਣੀ ਵਿੱਚ ਪਾ ਕੇ, ਜਿਸ ਤਰ੍ਹਾਂ ਚਾਹ ਬਣਾਉਂਦੇ ਹਾਂ ਆਪਾਂ, ਖੁੱਲ੍ਹੇ ਪਾਣੀ ਵਿੱਚ ਪਾ ਕੇ 2 ਚਮਚੇ ਦੇ ਬੇਸਲ ਦੇ ਪਾ ਦਿਓ ਤੁਲਸੀ ਦੇ, ਤੇ ਆਪਣੇ ਕਾਲੀਆਂ ਮਿਰਚਾਂ ਪਾ ਦਿਓ, ਤੇ ਉਹ ਵਿੱਚ 2-3 ਲੌਂਗ ਸਿੱਟ ਦਿਓ। ਇਹਦੀ ਚਾਹ ਜੀ ਬਣਾ ਕੇ ਪੀਓ। ਤੇ ਖੰਡ ਦੀ ਜਗ੍ਹਾ ਮਨੱਕੇ ਪਾ ਲਓ, ਵਿੱਚ 5-7-10 ਮਨੱਕੇ ਪਾ ਲਓ। ਇਹਦੀ ਚਾਹ ਜੀ ਬਣਾ ਕੇ ਪੀ ਲਓ। ਇਹ ਐਨ ਵਧੀਆ ਤੁਹਾਡੇ ਨਮੂਨੀਆ ਵਾਸਤੇ ਵਧੀਆ ਕੰਮ ਦਊਗੀ। ਨਹੀਂ ਤਾਂ ਫਿਰ ਆਪਣੇ ਜੇ ਤੁਹਾਨੂੰ ਇੱਥੇ ਮਿੱਠਾ ਤੇਲੀਆ ਮਿਲਦਾ ਹੈਗਾ, ਮਿੱਠਾ ਤੇਲੀਆ ਦਵਾਈ ਹੈ ਜੀ, ਇਹ ਤੇਲ ਨਹੀਂ ਹੈਗਾ, ਦਵਾਈ ਹੈਗੀ। ਮਿੱਠਾ ਤੇਲੀਆ ਜੇ ਕਿੱਥੇ ਤੁਹਾਨੂੰ ਮਿਲਦਾ ਹੈਗਾ ਤਾਂ ਇਹ ਤੁਸੀਂ ਆਪਣੇ ਬਸ ਛੋਟੀ ਜਿਹੀ ਚੁਟਕੀ ਦੀ ਵੀ ਅੱਧਾ ਹੀ ਬਸ ਉਹਨਾਂ ਕੁ ਲੈਣਾ ਹੈਗਾ ਕੋਸੇ ਜਿਹੇ ਪਾਣੀ ਨਾਲ। ਇਹ ਵੀ ਬਹੁਤ ਵਧੀਆ ਚੀਜ਼ ਹੈ। ਥੋੜੀ ਮਿਕਦਾਰ ਨਾਲ ਲੈਣਾ, ਬਾਲਾ ਹੈ ਨਹੀਂ ਚਮਚੇ ਭਰ ਕੇ ਲੈਣਾ। ਇਹ ਚੁਟਕੀ ਤੇ ਵੀ ਅੱਧੀ ਚੁਟਕੀ ਜਿਸ ਤਰ੍ਹਾਂ ਹੁੰਦੀ, ਜਾਂ ਸਮਝ ਲਓ 5-6 ਚੌਲਾਂ ਦੇ ਦਾਣੇ ਜਿੰਨਾ ਕਿ ਉਹਦਾ ਪਾਊਡਰ ਬਣੂਗਾ ਉਹਦੇ ਅੰਦਾਜ਼ੇ ਨਾਲ ਤੁਸੀਂ ਆਪਣੇ ਲੈ ਲਈਓ ਜੀ। ਤੇ ਇਹਦੇ ਵਿੱਚ ਫਿਰ ਤੁਸੀਂ ਚੌਲ ਨਹੀਂ ਖਾਣੇ, ਦਹੀਂ ਨਹੀਂ ਖਾਣੀ, ਫਿਰ ਠੰਡੀਆਂ ਚੀਜ਼ਾਂ ਨਹੀਂ ਕੋਈ ਖਾਣੀਆਂ ਹੈਗੀਆਂ। ਇਹਦੇ ਵਿੱਚ ਫਰਿੱਜ ਦੀ ਕੋਈ ਚੀਜ਼ ਨਹੀਂ ਯੂਜ਼ ਕਰਨੀ। ਇਹ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈਗਾ ਤੁਸੀਂ। ਜੇ ਨਹੀਂ ਤੁਹਾਨੂੰ ਕੁਝ ਮਿਲਦਾ ਤਾਂ ਹਲਦੀ ਦੇ ਵਿੱਚ ਤੁਸੀਂ ਹਲਦੀ ਨੂੰ ਤਿਲਾਂ ਦੇ ਤੇਲ ਦੇ ਵਿੱਚ ਵੀ ਮਿਲਾ ਕੇ ਉਹਦੇ ਪਸਲੀਆਂ ਤੇ ਉਹਦੀ ਮਾਲਿਸ਼ ਜੀ ਕਰ ਲਓ, ਉਹਦੇ ਨਾਲ ਵੀ ਠੀਕ ਰਹੂਗਾ ਤੁਹਾਨੂੰ। ਇਹਦੇ ਨਾਲ ਫਰਕ ਪੈ ਜੂਗਾ। ਸਾਡੇ ਪੁੱਛਦੇ ਸੀਗੇ ਆਪਣੇ ਕੋਲੈਸਟਰੋਲ ਵਾਸਤੇ, ਉਹਦੇ ਤੁਸੀਂ ਅਲਸੀ ਲੈ ਸਕਦੇ ਹੈਗੇ। ਇਹਦੇ ਵਿੱਚ 40 ਗ੍ਰਾਮ ਇਹਨੂੰ ਅਲਸੀ ਨੂੰ ਰੋਸਟ ਕਰ ਲੈਣਾ ਜੀ, ਥੋੜਾ ਫਰਾਈ ਪੈਨ ਮਾ ਪਾ ਕੇ ਥੋੜਾ ਜਿਹਾ ਭੁੰਨ ਲੈਣਾ ਹੈਗਾ, ਇਸ ਤਰ੍ਹਾਂ ਰੋਸਟ ਕਰਦੇ ਹੁੰਦੇ। ਤੇ ਪੰਪਕਿਨ ਸੀਡ, ਕੱਦੂ ਦੇ ਬੀਜ ਜਿਹੜੇ ਹੁੰਦੇ ਉਹ 10 ਗ੍ਰਾਮ ਲੈਣੇ ਹੈਗੇ। ਸੌਂਫ ਲੈਣੀ ਹੈਗੀ 10 ਗ੍ਰਾਮ, ਤੇ ਸਨਫਲਾਵਰ ਸੀਡ ਇਹ ਵੀ 10 ਗ੍ਰਾਮ ਲੈਣੇ ਹੈਗੇ। ਇਹ ਕੱਚੇ ਲੈਣੇ ਹੈ ਬੀਜ ਜਿਹੜੇ ਹੈਗੇ, ਜਿਸ ਤਰ੍ਹਾਂ ਰੋਸਟ ਕਰੇ ਵੀ ਨਹੀਂ ਲੈਣੇ। ਇਹਨਾਂ ਨੂੰ ਪੀ ਕੇ ਤੁਸੀਂ ਆਪਣੇ 1 ਚਮਚਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ, ਤੇ ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਧਨੀਆ 20 ਗ੍ਰਾਮ, ਸੌਂਫ 10 ਗ੍ਰਾਮ, ਪੀਲੀ ਸਰੋਂ 10 ਗ੍ਰਾਮ, ਹਲਦੀ 2 ਚਮਚੇ, ਦਾਲਚੀਨੀ ਇੱਕ ਜਿਹੜੀ ਸਟਿਕ ਜੀ ਹੁੰਦੀ ਉਹ ਪੀ ਕੇ ਤੁਸੀਂ ਆਪਣੇ ਰੱਖ ਲਓ। 1 ਚਮਚੇ ਦਾ ਤੁਸੀਂ ਚਾਹ ਜੀ ਬਣਾ ਕੇ 1 ਚਮਚਾ ਪਾਊਡਰ ਪਾ ਕੇ ਚਾਹ ਜੀ ਬਣਾ ਕੇ ਸ਼ਹਿਦ ਮਿਲਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਅਨਾਰ, ਚੁਕੰਦਰ, ਨਿੰਬੂ, ਸੰਤਰਾ। ਇਹ ਬਹੁਤ ਵਧੀਆ ਚੀਜ਼ ਹੋਊਗੀ ਤੁਹਾਡੇ ਵਾਸਤੇ ਜਿਹਨਾਂ ਨੂੰ ਕੋਲੈਸਟਰੋਲ ਹੁੰਦਾ। ਇਵਨ ਨਾਈਟ੍ਰਿਕ ਐਸਿਡ ਹੁੰਦਾ ਹੈਗਾ ਜ਼ਿਆਦਾ, ਨਾਈਟ੍ਰਿਕ ਆਕਸਾਈਡ, ਉਹ ਆਪਣੇ ਕੋਲੈਸਟਰੋਲ ਘਟਾਉਣੇ ਨੂੰ ਬਹੁਤ ਵਧੀਆ ਕੰਮ ਕਰਦਾ ਹੈ। ਤੇ ਨਹੀਂ ਤਾਂ ਅਲਸੀ ਦੇ ਬੀਜ ਤੇ ਸੂਰਜਮੁਖੀ ਦੇ ਬੀਜ ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਫਿਰ ਆਪਾਂ ਜਿਹੜਾ ਵਰਤਿਆ ਹੈਗਾ ਰੇਡੀਓ ਤੇ ਆਏ ਵਾਰੀ ਦੱਸਦੇ ਹੈਗੇ ਦਾਲਚੀਨੀ ਤੇ ਕਲੌਂਜੀ ਬਰਾਬਰ ਲੈ ਕੇ ਉਹ ਤੁਸੀਂ ਆਪਣੇ ਸ਼ਹਿਦ ਪਾ ਕੇ ਥੋੜਾ ਜਿਹਾ ਵਿੱਚ ਮੈਂ ਤਾਂ ਆਪ ਖਾ ਲੈਂਦਾ ਜੀ। ਇਹ ਬਰਾਬਰ ਸ਼ਹਿਦ ਪਾ ਕੇ ਥੋੜ੍ਹੀਆਂ ਵੱਡੀਆਂ ਗੋਲੀਆਂ ਜਾਂ ਵੱਟ ਲੈਣੀਆਂ ਕਾਬਲੀ ਛੋਲੇ ਦੀਆਂ। ਉਹ ਗੋਲੀਆਂ ਆਪਣੇ 1 ਸਵੇਰ ਨੂੰ ਖਾ ਲਈ, 1 ਸ਼ਾਮ ਨੂੰ ਖਾ ਲੈਂਦੇ ਹੁੰਦੇ। ਕੋਲੈਸਟਰੋਲ ਵਧੀਆ ਰਹਿੰਦਾ ਇਹਦੇ ਨਾਲ ਕੰਟਰੋਲ 'ਚ। ਫਿਰ ਸੋਇਆਬੀਨ ਦਾ ਤੇਲ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ 1 ਚਮਚਾ ਸੋਇਆਬੀਨ ਦਾ ਤੇਲ ਆਇਲ ਉਹ ਯੂਜ਼ ਕਰ ਲਓ, ਕੋਲੈਸਟਰੋਲ ਨੂੰ ਘਟਾ ਦਿੰਦਾ। ਫਿਰ ਸਬਜ਼ੀਆਂ ਤੁਸੀਂ ਖਾਓ ਜ਼ਿਆਦਾ, ਉਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਨਹੀਂ ਤਾਂ ਓਮੇਗਾ 3 ਦੇ ਕੈਪਸੂਲ ਜੇ ਮਿਲ ਜਾਂਦੇ ਬਗੈਰ ਉਸੇ ਕਾਊਂਟਰ ਤੇ, ਬਗੈਰ ਪ੍ਰਿਸਕ੍ਰਿਪਸ਼ਨ ਤੇ। ਓਮੇਗਾ 3 ਵੀ ਕੋਲੈਸਟਰੋਲ ਘਟਾਉਣੇ ਨਾਲ ਵਧੀਆ ਕੰਮ ਕਰਦਾ ਹੈਗਾ ਜੀ। ਤੇ ਅਦਰਕ, ਲਸਣ ਤੇ ਹਲਦੀ ਦੀ ਚਟਨੀ ਜੀ ਬਣਾ ਕੇ ਤੁਸੀਂ ਖਾ ਲਿਆ ਕਰੋ। ਅਨਾਰ ਦਾ ਜੂਸ ਪੀ ਲਿਆ ਕਰੋ। ਕਾਲੇ ਭੁੰਨੇ ਹੋਏ ਜਿਹੜੇ ਛੋਲੇ ਹੁੰਦੇ ਆ ਉਹੀ ਖਾ ਲਓ ਤੁਸੀਂ, ਉਹੀ ਕੋਲੈਸਟਰੋਲ ਨੂੰ ਘਟਾ ਦਿੰਦੇ ਆ ਜੀ। ਤੇ ਔਲਾ ਪਾਊਡਰ ਇਹ ਤੁਸੀਂ ਅੱਧਾ ਚਮਚਾ ਇਹਦਾ ਔਲੇ ਪਾਊਡਰ ਦਾ ਤੇ ਅੱਧਾ ਚਮਚਾ ਹਲਦੀ ਦਾ ਇਹ ਮਿਕਸ ਕਰਕੇ ਖਾ ਲਿਆ ਕਰੋ ਸਵੇਰ ਸਾਂਝੇ, ਘਟਾ ਦਿੰਦਾ ਹੈਗਾ ਕੋਲੈਸਟਰੋਲ। ਫਿਰ ਅਰਜੁਨਾ ਦੇ ਪਾਊਡਰ ਜਿਹੜਾ ਹੁੰਦਾ, ਅਰਜੁਨਾ ਪਾਊਡਰ ਉਹਦੀ ਤੁਸੀਂ ਆਪਣੇ 1 ਚਮਚੇ ਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ, ਇਹ ਵੀ ਆਪਣੇ ਘਟਾ ਦਿੰਦਾ ਹੈਗਾ। ਫਿਰ ਮੇਥੀ ਘਟਾ ਦਿੰਦੀ ਹੈਗੀ, ਮੇਥੀ ਹੁੰਦੀ ਉਹ ਕੋਲੈਸਟਰੋਲ ਨੂੰ ਘਟਾ ਦਿੰਦੇ ਹੈਗੇ। ਤੇ ਲਸਣ ਘਟਾ ਦਿੰਦਾ, 1-2 ਤੁਰੀ ਲਸਣ ਦੀ ਖਾ ਲਿਆ ਕਰੋ। ਇਹ ਸਾਰੀਆਂ ਚੀਜ਼ਾਂ ਉਹਨੇ। ਫਿਰ ਐਲੋਵੇਰੇ ਦਾ ਜੂਸ ਪੀ ਲਿਆ ਕਰੋ,
ਇਹ ਵੀ ਘਟਾ ਦਿੰਦਾ ਹੈਗਾ ਜੀ ਆਪਣੇ ਕੋਲੈਸਟਰੋਲ ਨੂੰ। ਜਿਹੜੇ ਕਹਿੰਦੇ ਸੀਗੇ ਆਪਣੇ ਖੁਰਕ ਹੈਗੀ ਪਿੰਡੇ ਦੇ ਉੱਤੇ, ਉਹ ਸਰੋਂ ਦੇ ਤੇਲ ਦੇ ਵਿੱਚ ਆਪਣੇ ਕਾਲੀਆਂ ਮਿਰਚਾਂ ਪੀਸ ਕੇ ਮਿਕਸ ਜਿਹਾ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੋ ਜਿੱਥੇ ਸਾਰੇ ਖਾਰਸ਼ ਹੁੰਦੀ ਹੈਗੀ। ਸਰੋਂ ਦੇ ਤੇਲ ਮਾ ਹਲਦੀ ਪਾ ਕੇ ਤੁਸੀਂ ਲਗਾ ਸਕਦੇ ਹੈਗੇ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚ ਜਿਹੜਾ ਚਿੱਟਾ ਸੁਹਾਗਾ ਹੁੰਦਾ, ਜਿਹੜਾ ਸੁਹਾਗਾ, ਉਹ ਤੁਸੀਂ ਪੀ ਕੇ ਮਿਕਸ ਕਰਕੇ ਉਹ ਤੁਸੀਂ ਲਗਾ ਸਕਦੇ ਹੈਗੇ। ਤੇ ਨਹੀਂ ਤਾਂ ਸੰਤਰੇ ਦੇ ਛਿੱਲਕ ਜਿਹੜੇ ਹੁੰਦੇ ਆ ਤੇ ਗਾਜਰਾਂ ਦੇ ਛਿੱਲਕ, ਉਹਨਾਂ ਦੀ ਚਟਨੀ ਬਣਾ ਕੇ ਉਹ ਵੀ ਲਗਾ ਲਓ, ਉਹ ਠੀਕ ਕਰ ਦੂਗੀ ਤੁਹਾਨੂੰ। ਨਹੀਂ ਤਾਂ ਗਾਜਰਾਂ ਦੇ ਛਿਲਕਿਆਂ ਦੇ ਵਿੱਚੋਂ ਅਜਵਾਇਣ ਪੀ ਕੇ ਪਾ ਕੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਨਹੀਂ ਤਾਂ ਉਹਨੇ ਗਾਜਰਾਂ ਦੇ ਜੂਸ ਦੇ ਵਿੱਚੋਂ ਤੁਸੀਂ ਆਪਣੇ ਜਿਹੜੇ ਨਿੰਬ ਦੇ ਪੱਤੇ ਹੁੰਦੇ ਆ ਉਹ ਘੋਟ ਕੇ ਚਟਨੀ ਬਣਾ ਕੇ ਉਹ ਲਗਾ ਸਕਦੇ ਹੈਗੇ। ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚੋਂ ਸੁੰਡ ਮਿਲਾ ਕੇ ਤੁਸੀਂ ਲਗਾ ਸਕਦੇ ਹੈਗੇ। ਨਿੰਬ ਦੇ ਤੇਲ ਦੇ ਵਿੱਚੋਂ ਅਦਰਕ ਦਾ ਰਸ ਮਿਲਾ ਕੇ ਉਹ ਲਗਾ ਸਕਦੇ ਹੈਗੇ। ਤੇ ਅਦਰਕ ਦਾ ਰਸ, ਨਿੰਬੂ ਦਾ ਰਸ, ਚਮੇਲੀ ਦਾ ਰਸ, ਆਹ ਤੇਲ ਜੈਸਮੀਨ ਆਇਲ ਕਹਿੰਦੇ ਹੈਗੇ ਜੀ ਇਹਨੂੰ, ਚਮੇਲੀ ਦੇ ਤੇਲ ਨੂੰ, ਉੱਥੇ ਆਮ ਸਟੋਰਾਂ 'ਚ ਮਿਲ ਜਾਂਦਾ ਹੈ। ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅਦਰਕ ਦਾ ਰਸ, ਨਿੰਬੂ ਦਾ ਰਸ, ਚਮੇਲੀ ਦਾ ਤੇਲ, ਇਹ ਬਰਾਬਰ ਲੈ ਕੇ ਇਹ ਤੁਸੀਂ ਤੇਲ ਦੀ ਮਾਲਿਸ਼ ਕਰ ਲਿਆ ਕਰੋ। ਇਹ ਵਧੀਆ ਚੀਜ਼ ਹੋਊਗੀ ਖੁਰਕ ਵਾਸਤੇ। ਫਿਰ ਨਾਰੀਅਲ ਦੇ ਤੇਲ ਮਾ ਤੁਸੀਂ ਮਸ਼ਹੂਰ ਪਾ ਕੇ ਵੀ ਆਪਣੇ ਲਗਾ ਸਕਦੇ ਹੈਗੇ, ਇਹ ਵੀ ਵਧੀਆ ਹੈਗੀ। ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਟੁੱਟੀ ਵੀ ਹੱਡੀ ਟੁੱਟੀ ਵੀ ਹੈਗੀ ਉਹਨਾਂ ਦੀ ਜੀ, ਉਹ ਆਪਣੇ ਕਿੱਕਰ ਦੇ ਬੀਜ ਜਿਹੜੇ ਉਹਨੇ ਪੀ ਕੇ ਆਦੇ ਤੁੱਕੇ ਮਿਲੇ ਜਾਂਦੇ ਜੀ ਆਪਣੀ ਸਟੋਰਾਂ ਮਾ ਪਏ, ਉੱਥੇ ਦੇਖੇ ਹੀ ਐਵੇਂ, ਉੱਥੇ ਤੁੱਕਿਆਂ ਦਾ ਪਾਊਡਰ ਜਿਹਾ ਲੈ ਲਓ, ਉਹਦੇ ਵਿੱਚੋਂ ਸ਼ਹਿਦ ਜਿਹਾ ਮਿਲਾ ਕੇ ਮੱਲਮ ਜੀ ਬਣਾ ਕੇ ਉਹ ਤੁਸੀਂ ਆਪਣੇ ਲੈ ਲਿਆ ਕਰੋ, ਲਗਾ ਲਿਆ ਕਰੋ ਉੱਪਰ ਜਿੱਥੇ ਤਰੇ ਹੈਗੀ। ਫਿਰ ਆਇਓਡੈਕਸ ਤੁਸੀਂ ਲਗਾ ਸਕਦੇ ਹੈਗੇ, ਉਹ ਸੁੱਜਾ ਸਾਜਾ ਚੱਕ ਦਿੰਦੀ ਪੂਰਾ। ਤੇ ਨਹੀਂ ਤਾਂ ਹਲਦੀ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ, ਤੇ ਆਪਣੇ 5 ਬੂੰਦਾਂ ਉਹਦੀਆਂ ਪਤਾਸੇ ਮਾ ਪਾ ਕੇ ਉਹ ਖਾ ਲੈਣੀਆਂ ਹੈਗੀ ਜੀ। ਨਹੀਂ ਪਤਾਸੇ ਮਿਲਦੇ ਤਾਂ ਆਪਣੇ ਚੀਨੀ ਮਾ ਪਾ ਕੇ ਉਹ ਖਾ ਲਓ ਤੁਸੀਂ, ਇਹ ਠੀਕ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਅਸ਼ੋਕ ਜਿਹੜਾ ਹੁੰਦਾ ਅਸ਼ੋਕ ਪਾਊਡਰ ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਆਪਣੇ ਖਾਣਾ ਹੈਗਾ ਜੀ ਤੁਸੀਂ। ਤੇ ਜੇ ਤੁਸੀਂ ਆਪਣੇ ਲਗਾਉਣਾ ਮੰਗਦੇ ਆ ਤੇ ਖਾ ਵੀ ਲਓ, ਤੇ ਭਾਵੇਂ ਤੁਸੀਂ ਆਪਣੇ ਪਾਣੀ ਪਾ ਕੇ ਇਹਦਾ ਜਾਂ ਘੀ ਪਾ ਕੇ ਥੋੜ੍ਹਾ ਜਿਹਾ ਇਹਦਾ ਮਤਲਬ ਜੀ ਬਣਾ ਲਓ ਅਸ਼ੋਕਾ ਪਾਊਡਰ ਦੇ ਵਿੱਚ ਮੈਂ ਘੀ ਪਾ ਕੇ ਉਹ ਤੁਸੀਂ ਆਪਣੇ ਉੱਪਰ ਲਗਾ ਵੀ ਸਕਦੇ ਹੈਗੇ ਇਹਨੇ ਉੱਪਰ ਜੀ। ਹਾਂਜੀ, ਫਿਰ ਇਹਦੇ ਵਿੱਚ ਤੁਸੀਂ ਅਸੀਂ ਇਹਦੇ ਵਾਸਤੇ ਨਾ ਬਾਕੀ ਜਿਹੜੇ ਕਹਿੰਦੇ ਸੀਗੇ ਆਪਣੇ ਪਿਛਲੇ ਹਫ਼ਤੇ ਪੁੱਛਦੇ ਸੀਗੇ ਉਹ ਗਲੇ ਦੇ ਵਿੱਚ ਉਹਨੇ ਖੁਰਕਰੀ ਜਾਂ ਕੁਝ ਹੋਰ ਰਹਿੰਦਾ ਹੈਗਾ, ਗਲਾ ਪੱਕਿਆ ਜਿਹਾ ਰਹਿੰਦਾ ਹੈਗਾ, ਉਹਨਾਂ ਵਾਸਤੇ ਤੁਸੀਂ 2 ਚਮਚੇ ਔਲਿਆਂ ਦਾ ਰਸ ਪਾਣੀ ਵਿੱਚ ਘੋਲ ਕੇ ਪਾ ਕੇ 2-3 ਚਮਚੇ ਤੇ ਉਹ ਹੌਲੀ ਘੁੱਟ ਕਰਕੇ ਪੀ ਲਿਆ ਕਰੋ, ਇਹ ਠੀਕ ਰਹੂਗਾ ਤੁਹਾਨੂੰ। ਤੇ ਨਹੀਂ ਤਾਂ ਤੁਲਸੀ ਦੇ ਪੱਤਿਆਂ ਦਾ ਰਸ 1 ਚਮਚਾ, ਅਦਰਕ ਦਾ ਰਸ 1 ਚਮਚਾ, 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਆਪਣੇ ਉਂਗਲੀ ਨਾਲ ਚੱਟ ਲਿਆ ਕਰੋ। ਇਹ ਤੇ ਤਿਲਾਂ ਦੇ ਤੇਲ ਦੇ ਵਿੱਚ ਤੁਸੀਂ ਆਪਣੇ ਹਲਦੀ ਮਿਲਾ ਕੇ ਉਹ ਤੁਸੀਂ ਆਪਣੇ ਗਲੇ ਦੇ ਉੱਤੇ ਮਾਲਿਸ਼ ਕਰ ਸਕਦੇ ਆ ਬਾਹਰ, ਇਹ ਵੀ ਠੀਕ ਹੈ। ਕਈ ਵਾਰੀ ਤਾਂ ਤੁਸੀਂ ਮੁਰਲੀ ਦੇ ਪਰੌਂਠੇ ਬਣਾ ਕੇ ਖਾ ਲਓ, ਇਹ ਗਲੇ ਨੂੰ ਠੀਕ ਕਰ ਦਿੰਦੇ ਹੈਗੇ ਜੀ। ਫਿਰ ਉਹਦੇ ਬਾਅਦ ਫਿਰ ਤੁਸੀਂ ਆਪਣੇ ਸ਼ਲਗਮ ਜਿਹੜੇ ਹੁੰਦੇ ਸ਼ਲਗਮ ਉਹ ਆਪਣੇ ਤੁਸੀਂ ਜਿਸ ਤਰ੍ਹਾਂ ਆਪਾਂ ਉਬਾਲ ਕੇ ਪਾਣੀ ਦੇ ਵਿੱਚ ਉਹਦਾ ਸੂਪ ਜਿਹਾ ਬਣਾ ਕੇ ਕੁੱਟ ਕਰਕੇ ਤੁਸੀਂ ਉਹੀ ਪੀ ਚੱਲੋ। ਥੋੜ੍ਹਾ ਜਿਹਾ ਨੂਨ ਪਾ ਲਿਆ, ਨੂਨ ਕਾਲੀ ਮਿਰਚ ਪਾ ਲਈ ਮਾੜੀ, ਉਹਦੇ ਨਾਲ ਤੁਸੀਂ ਆਪਣੇ ਦੇ ਸਕਦੇ ਹੈਗੇ। ਨਹੀਂ ਤਾਂ ਫਿਰ ਤੁਸੀਂ ਪਿਆਜ਼ ਦਾ ਰਸ ਦੇ ਸਕਦੇ ਹੈਗੇ। ਇਹਦੇ ਵਿੱਚੋਂ 1 ਪਿਆਜ਼ ਕੱਟ ਕੇ 2-3 ਕੱਪ ਪਾਣੀ ਨਾਲ ਉਬਾਲ ਕੇ ਉਹਨੂੰ ਕੱਟ ਕੇ ਉਬਾਲ ਲਓ, ਜਿਸ ਤਰ੍ਹਾਂ ਸੂਪ ਜਿਹੀ ਬਣ ਜਾਊਗਾ ਇੱਕ ਕਿਸਮ ਦਾ, ਉਹ ਘੁੱਟ ਕਰਕੇ ਹੌਲੀ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਤੁਲਸੀ ਤੇ ਔਲੇ ਇਹ ਪਾਊਡਰ ਬਰਾਬਰ ਲੈ ਕੇ ਤੁਸੀਂ 1 ਚਮਚਾ ਤੁਸੀਂ ਇਹਦੀ ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਕੋਸੀ। ਅੱਛਾ, ਅੱਗੇ ਪੁੱਛਦੇ ਸੀਗੇ ਜਿਹੜੇ ਬਾਲ ਉਦੋਂ ਦੱਸ ਵੀ ਦੇ ਦਿੱਤਾ ਸੀਗਾ ਮੈਂ, ਫਿਰ ਜੇ ਨਹੀਂ ਸੁਣਿਆ ਉਹਨਾਂ ਨੇ ਤਾਂ ਜਿਹੜੇ ਕਹਿੰਦੇ ਬਾਲ ਦੇ ਵਿੱਚ ਆਪਣੇ ਗੋਲ ਚੱਕਰ ਜੇ ਪੈ ਜਾਂਦੇ, ਕੀੜਾ ਲੱਗਿਆ ਵਾ ਉਹਨਾਂ ਦੇ ਬਾਲਾਂ ਨੂੰ, ਉਹ ਹੈਗਾ ਜੀ ਰੋਗਨ, ROGHAN, ਜ਼ਰਾਰੀ, ZARAREEH, ਰੋਗਨ ਜ਼ਰਾਰੀ। ਇਹ ਤੁਸੀਂ ਆਪਣੇ ਐਮਾਜ਼ੋਨ ਤੋਂ ਆਰਡਰ ਦੇ ਕੇ ਮੰਗਾ ਲਓ, ਉੱਥੇ ਹਰੇਕ ਕੰਪਨੀ ਦਾ ਪਿਆ ਹੈਗਾ ਉਹਨਾਂ ਦੇ ਕੋਲ, ਹਮਦਰਦ ਦਾ, ਡਾਬਰ ਦਾ, ਜਿਸ ਤਰ੍ਹਾਂ ਹੈਗੇ ਜਿਸ ਤਰ੍ਹਾਂ ਭੇਜੋਗੇ। ਉਹ ਸ਼ੀਸ਼ੀਆਂ ਹੁੰਦੀਆਂ ਛੋਟੀ ਹੀ ਹੁੰਦੀਆਂ ਜੀ, ਉਹ ਜਿਸ ਤਰ੍ਹਾਂ 15 ml ਦਵਾਈ ਉਹ ਆਉਂਦੀ ਆ ਉਹਨਾਂ ਦੇ ਵਿੱਚੋਂ ਸਾਰੀ, ਉਹ 5-6 ਸ਼ੀਸ਼ੀਆਂ ਤੁਸੀਂ ਇਕੱਠੀਆਂ ਮੰਗਾ ਲਓ, ਬਾਰ ਆਰਡਰ ਕਰਨੇ ਨਾਲੋਂ 5-6 ਸ਼ੀਸ਼ੀਆਂ ਇਕੱਠੀਆਂ ਮੰਗਾ ਲਓ ਤੁਸੀਂ। ਉਹ ਫਿਰ ਖੋਲ ਕੇ ਜਦ ਆ ਗਈਆਂ ਉਹਨੇ ਕਿਊ ਟਿਪ ਨਾਲ ਉਹ ਜਿੱਥੇ ਸਾਰੇ ਆਪਣੇ ਦੂਸਰਾ ਬੰਦਾ ਕੋਈ ਲਗਾ ਦੂਗਾ, ਸਾਰੇ ਜਿੱਥੇ ਚਟਾਕ ਜੇ ਹੈਗੇ ਉੱਥੇ ਲਗਾਈ ਚਲੋ, ਉਹ ਸਾਰੇ ਕੀੜੇ ਕੁੜੇ ਜੇ ਮਰ ਜਾਂਦੇ, ਉਹਦੇ ਨਾਲ ਫਿਰ ਬਾਲ ਆਪੇ ਗਰੋਥ ਹੋ ਜਾਂਦੀ। ਪੱਕੀ ਵੀ ਆਪਣੀ ਮੇਰੀ ਪੋਤੀ ਦੇ ਹੋ ਗਿਆ ਸੀਗਾ ਜੀ, ਤੇ ਆਪਣੇ ਉਹਦਾ 100% ਠੀਕ ਹੋ ਗਿਆ ਇਹਦੇ ਨਾਲ, ਪੂਰੀ ਗਰੰਟੀ। ਅਗਲੇ ਅਸੀਂ ਇੰਡੀਆ ਬਹੁਤ, ਮੇਰੇ ਡੈਡੀ ਉਹਨੇ ਡਾਕਟਰ ਸੀਗੇ ਉੱਥੇ, ਉਹ ਵੀ ਇਹੀ ਯੂਜ਼ ਕਰਦੇ ਸੀਗੇ ਇਸ ਬਿਮਾਰੀ ਵਾਸਤੇ। 100% ਆਈ, ਹੋਰ ਕਿੱਥੇ ਭੱਜਣੇ ਦੀ ਲੋੜ ਨਹੀਂ ਹੈਗੀ, 100% ਗਰੰਟੀ ਵਾਲੀ ਦਵਾਈ ਹੈਗੀ। ਜਿਹੜੇ ਬਲੱਡ ਪ੍ਰੈਸ਼ਰ ਪੁੱਛਦੇ ਸੀਗੇ, ਉਹ ਬਲੱਡ ਪ੍ਰੈਸ਼ਰ ਮਾ ਤੁਸੀਂ ਲੈ ਸਕਦੇ ਹੈਗੇ ਖਸਖਸ
ਖਸਖਸ ਲੈ ਸਕਦੇ ਹੈਗੇ ਤੇ ਆਪਣੇ ਜਿਹੜੇ ਬੀਜ ਤਰਬੂਜ ਦੇ ਬੀਜ ਉਹ ਮਿਕਸ ਕਰਕੇ ਤੁਸੀਂ ਆਪਣੇ ਬਰਾਬਰ ਇੱਕ ਚਮਚਾ ਤੁਸੀਂ ਆਪਣੇ ਖਾ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚ ਤੁਸੀਂ ਅਸਗੰਧ ਲੈ ਸਕਦੇ ਹੈਗੇ ਤੇ ਸੂਰਜਮੁਖੀ ਦੇ ਬੀਜ ਇੱਕ ਚਮਚਾ ਸਵੇਰ ਨੂੰ ਇੱਕ ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜਾਂ ਫਿਰ ਖਸਖਸ ਤੇ ਸੂਰਜਮੁਖੀ ਦੇ ਬੀਜ ਇਹ ਵੀ ਤੁਸੀਂ ਆਪਣੇ ਰਗੜ ਕੇ ਖਾ ਸਕਦੇ ਇੱਕ ਚਮਚਾ ਸਵੇਰ ਨੂੰ ਇੱਕ ਸ਼ਾਮ ਨੂੰ। ਫਿਰ ਇਹਦੇ ਵਿੱਚੋਂ ਤੁਸੀਂ ਔਲਾ, ਸਰਪਗੰਧਾ ਤੇ ਗਲੋ ਇਹ ਚੀਜ਼ਾਂ ਤੁਸੀਂ ਲੈ ਕੇ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਖਾਣਾ ਹੈਗਾ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚ ਪੀਲੀ ਹਰੜਾ ਤੇ ਸੁੰਡ ਤੇ ਮਿਸ਼ਰੀ ਇਹ ਰੱਖ ਲਓ। ਇਹ ਆਪਣੇ ਇੱਕ ਚਮਚਾ ਸਵੇਰ ਨੂੰ ਇੱਕ ਚਮਚਾ ਸ਼ਾਮ ਨੂੰ ਇਹ ਖਾ ਸਕਦੇ। ਤੇ ਨਾਰੀਅਲ ਦਾ ਜੂਸ ਇਹਦੇ ਵਿੱਚ ਜੂਸ ਕਹਿ ਨਾਰੀਅਲ ਦਾ ਪਾਣੀ ਜਿਹੜਾ ਹੁੰਦਾ ਉਹ ਬਹੁਤ ਐਨ ਪੱਕਾ ਕੰਮ ਕਰਦਾ ਜੀ। ਇਹ ਨਾਰੀਅਲ ਦਾ ਪਾਣੀ ਇੱਕ ਡੱਬਾ ਇੱਕ ਕੈਨ ਜੀ ਤੁਸੀਂ ਜਿਹੜੀ ਮਿਲਦੀ ਹੈ ਉਹ ਆਪਣੇ ਰੋਜ਼ ਪੀ ਲੈਣੀ, ਉਹ ਵੀ ਆਪਣੇ ਠੀਕ ਕਰ ਦਿੰਦਾ ਜੀ। ਫਿਰ ਤਰਬੂਜ ਦਾ ਜੂਸ ਇਹਦੇ ਵਿੱਚ ਤੁਸੀਂ ਪੀ ਸਕਦੇ ਹੈਗੇ। ਜੇ ਤਰਬੂਜ ਦੇ ਜੂਸ ਭਾਵੇਂ ਤੁਸੀਂ ਨਿੰਬੂ ਨਿਚੋੜ ਕੇ ਉਹ ਪੀ ਲਿਆ ਕਰੋ। ਫਿਰ ਇਹਦੇ ਵਿੱਚ ਤੁਸੀਂ ਆਪਣੇ ਲੀਚੀਆਂ ਦਾ ਜੂਸ ਉਹ ਪੀ ਸਕਦੇ ਹੈਗੇ, ਇਹ ਵੀ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦਾ ਹੈਗਾ। ਜਾਂ ਫਿਰ ਇਹਦੇ ਵਿੱਚੋਂ ਟਮਾਟਰਾਂ ਦਾ ਜੂਸ ਕਰਕੇ ਘਰ ਕੱਢਣਾ ਹੈਗਾ ਟਮਾਟਰਾਂ ਦਾ ਜੂਸ ਅੱਧਾ ਕੁ ਗਲਾਸ ਜਿੰਨਾ ਵੀ ਤੁਸੀਂ ਪੀ ਸਕਦੇ ਉਹਦੇ ਵਿੱਚ ਸ਼ਹਿਦ ਮਿਲਾ ਕੇ ਪੀਣਾ ਹੈਗਾ ਜੀ। ਇਹ ਘਟਾ ਦਿੰਦਾ ਹੈਗਾ ਆਪਣੇ ਬਲੱਡ ਪ੍ਰੈਸ਼ਰ। ਅੱਛਾ, ਅੱਗੇ ਪੁੱਛਦੇ ਸੀਗੇ ਜਿਹੜਾ ਰੀਹ ਦਾ ਦਰਦ ਕਹਿੰਦੇ ਸੀਗੇ, ਰੀਹ ਦੇ ਦਰਦ ਵਾਸਤੇ ਤਾਂ ਤੁਸੀਂ ਆਪਣੇ ਅਸਗੰਧ ਦੇ ਲੈ ਸਕਦੇ। ਅਸਗੰਧ ਦੇ ਬੀਜ ਜਿਹੜੇ ਹੁੰਦੇ 5 ਗ੍ਰਾਮ ਉਹ ਤੁਸੀਂ ਆਪਣੇ ਪਾਣੀ ਨਾਲ ਲੈ ਲਿਆ ਕਰੋ, ਕੋਸੇ ਪਾਣੀ ਨਾਲ। ਜਾਂ ਫਿਰ ਜੇ ਇੰਡੀਆ ਹੈਗਾ ਕੋਈ ਤਾਂ ਉਹਦੇ ਵਿੱਚ ਜਿਹੜਾ ਬੋਹੜ ਦਾ ਦਰਖਤ ਹੁੰਦਾ ਹੈਗਾ ਉਹਦੇ ਪੱਤੇ ਸੁਕਾ ਲੈਂਦੇ, ਨਰਮ ਪੱਤੇ ਲੈ ਕੇ ਉਹ ਤੁਸੀਂ ਆਪਣੇ ਇੱਕ ਚਮਚਾ ਤਾਜ਼ੇ ਪਾਣੀ ਨਾਲ ਖਾਓ। ਇਹਦੇ ਨਾਲ ਰੀਹ ਦਾ ਦਰਦ ਜਿਹੜਾ ਹਟ ਜਾਂਦਾ ਜੀ। ਮਿਕਸ ਹੋ ਗਿਆ ਰੀਹ ਦੇ ਦਰਦ ਫੇਰ ਆਉਂਦਾ, ਫਿਰ ਮੈਂ ਦੱਸਦਾ ਤੁਹਾਨੂੰ ਜੀ। ਹੋਰ ਜੀ ਜਿਹੜੇ ਪਿੱਤੇ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ ਉਹ ਤਾਂ ਆਪਣੇ ਨਿੰਮ ਦੇ ਪੱਤੇ ਤੇ ਜਿਹੜੇ ਆੜੂ ਦੇ ਦਰਖਤ ਦੇ ਪੱਤੇ ਹੁੰਦੇ ਜੀ, ਪੀਚਸ ਇਹਨਾਂ ਦਰਖਤ ਦੇ ਪੱਤੇ ਉਹ ਬਰਾਬਰ ਲੈ ਕੇ ਤੁਸੀਂ ਅੱਧਾ ਕੁ ਚਮਚਾ ਇਹ ਤੁਸੀਂ ਕਾਂਜੀ ਨਾਲ ਖਾਣਾ, ਜਿਹੜੀ ਗਾਜਰਾਂ ਦੀ ਕਾਂਜੀ ਪਾਉਂਦੇ ਹੁੰਦੇ ਉਹਦੇ ਨਾਲ ਲੈਣਾ ਹੈਗਾ ਜੀ। ਜਾਂ ਫਿਰ ਨਹੀਂ ਕੁਛ ਹੋਰ ਕਰਨਾ ਤਾਂ ਭਖੜਾ ਜਿਹੜਾ ਹੁੰਦਾ ਭਖੜੇ ਚੂਰਨ ਦਾ ਅੱਧਾ ਚਮਚਾ ਇਹ ਵੀ ਕਾਂਜੀ ਨਾਲ ਤੁਸੀਂ ਲੈਣਾ ਹੈਗਾ। ਨਹੀਂ ਤਾਂ ਸੰਦ ਦੇ ਬੀਜ ਜਿਹੜੇ ਹੁੰਦੇ ਉਹ ਵੀ ਤੁਸੀਂ ਆਪਣੇ ਇੱਕ ਚੁਟਕੀ ਬੱਕਰੀ ਦੇ ਦੁੱਧ ਨਾਲ ਲੈਣੀ ਹੈਗੀ। ਇਹ 7 ਦਿਨ ਲਗਾਤਾਰ ਲੈਣੀ ਹੈਗੀ ਜੀ। ਫਿਰ ਜੇ ਸਾਨੂੰ ਮਿਲ ਜਾਵੇ ਨਹੀਂ ਤਾਂ ਖਟਕਲ ਦੀ ਜੜ ਦਾ ਚੂਰਨ ਉਹ ਅੱਧਾ ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ। ਤੇ ਨਹੀਂ ਤਾਂ ਇੱਕ ਹੋਰ ਬਹੁਤ ਸੌਖਾ ਇਲਾਜ ਹੈਗਾ ਇਹਦਾ ਪਿੱਤੇ ਦੀ ਪੱਥਰੀ ਦਾ, ਇਹ ਤੁਸੀਂ ਲੈ ਸਕਦੇ ਹੈਗੇ। 6 ਲੈਣੇ ਹੈਗੇ ਬਦਾਮ, 6 ਲੈਣੇ ਹੈਗੇ ਮਨੱਕੇ, ਇੱਕ ਚਮਚਾ ਲੈਣਾ ਹੈਗਾ ਆਪਣੇ ਖਰਬੂਜੇ ਦੇ ਬੀਜ। ਜਾਂ ਨਹੀਂ ਇਕੱਲੇ ਖਰਬੂਜੇ ਦੇ ਮਿਲਦੇ ਤਾਂ 4 ਮਗਜ਼ ਜਿਹੜੇ ਹੁੰਦੇ ਉਹੀ ਤੁਸੀਂ ਆਪਣੇ ਲੈ ਲਓ, ਉਹ ਤਾਂ ਮਿਲੇ ਜਾਂਦੇ। ਫਿਰ 2 ਵਿੱਚੋਂ ਛੋਟੀਆਂ ਇਲਾਇਚੀਆਂ ਪਾਣੀਆਂ ਹੈਗੀਆਂ, 10 ਗ੍ਰਾਮ ਵਿੱਚੋਂ ਮਿਸ਼ਰੀ ਪਾਣੀ ਹੈਗੀ। ਇਹ ਰਾਤ ਨੂੰ ਸਾਰੀਆਂ ਚੀਜ਼ਾਂ ਭਿਓ ਕੇ ਰੱਖ ਦੇਣੀਆਂ ਹੈਗੀਆਂ ਤੇ ਇਹਨਾਂ ਦੇ ਬਦਾਮਾਂ ਦੇ ਛਿਲਕੇ ਲਾ ਦੇਣੇ ਹੈਗੇ ਤੇ ਮਨੱਕਿਆਂ ਦੇ ਬੀਜ ਕੱਢ ਲਿਓ ਇਹਦੇ ਵਿੱਚ। ਫਿਰ ਮਿਕਸੀ ਮਾ ਪਾ ਕੇ ਚਾਹੇ ਦੁੱਧ ਪਾ ਲਓ ਚਾਹੇ ਪਾਣੀ ਪਾ ਲਓ, ਮਿਕਸੀ ਮਾ ਪਾ ਕੇ ਇਹਨਾਂ ਨੂੰ ਘੋਟ ਕੇ ਸਰਦਾਈ ਜੀ ਬਣਾ ਕੇ ਉਹ ਉਹਨੇ ਪੀ ਲਿਆ ਕਰੋ ਤੁਸੀਂ। ਇਹਦੇ ਨਾਲ ਆਪਣੇ ਜੇ ਪੱਥਰੀ ਨਿਕਲ ਜਾਂਦੀ ਹੈਗੀ। ਨਹੀਂ ਤਾਂ ਆਪਣੇ ਜੇ ਤੁਹਾਡੇ ਲੀਵਰ ਦੇ ਵਿੱਚੋਂ ਪੇਨ ਹੁੰਦਾ ਤਾਂ ਇਹ ਵੀ ਇਹੀ ਨੁਸਖਾ ਤੁਸੀਂ ਯੂਜ਼ ਕਰੋ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਅੱਗੇ ਪੁੱਛਦੇ ਸੀਗੇ ਗਠੀਏ ਵਾਸਤੇ ਪੁੱਛਦੇ ਸੀਗੇ, ਗਠੀਏ ਦਾ ਤੁਸੀਂ ਯੂਜ਼ ਕਰ ਸਕਦੇ ਕੁਆਰ ਦਾ ਗੁੱਦਾ ਸਟਾਰਟ ਕਰ ਦਿਓ ਤੁਸੀਂ। ਕੁਆਰ ਦਾ ਗੁੱਦਾ ਇਹ ਤੁਸੀਂ ਆਪਣੇ ਘੀ ਨਾਲ ਭੁੰਨ ਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ, ਇਹ ਵਧੀਆ ਚੀਜ਼ ਰਹੂਗੀ। ਅੱਛਾ, ਫਿਰ ਅਸ਼ਵਗੰਧਾ ਇਹਦੇ ਵਿੱਚ ਠੀਕ ਰਹਿੰਦੀ ਹੈਗੀ, ਉਹ ਤੁਸੀਂ ਆਪਣੇ ਲੈ ਲਿਆ ਕਰੋ, ਇੱਕ ਚਮਚਾ ਲੈ ਲਿਆ। ਇਹਦੇ ਵਿੱਚ ਫਿਰ ਤੁਸੀਂ ਲੌਂਗ ਜਿਹੜੇ ਹੁੰਦੇ 5-4 ਲੌਂਗ ਇਹ ਤੁਸੀਂ ਆਪਣੇ ਪਾਣੀ ਦੇ ਵਿੱਚ ਉਬਾਲ ਲੈਣੇ ਹੈਗੇ। ਜਾਂ ਤੁਸੀਂ ਐਂ ਕਰੋ ਇੱਕ ਜੱਗ ਲੈ ਲਓ, ਜੱਗ ਲੈ ਕੇ ਆਪਣੇ ਪਾਣੀ ਦਾ ਉਹਦੇ ਵਿੱਚ 20 ਲੌਂਗ ਤੁਸੀਂ ਆਪਣੇ ਉੱਪਰ ਤੇ ਉਹ ਜੇ ਫੁੱਲੇ ਜੇ ਉਹ ਤੋੜ ਦੇਣੇ ਹੈਗੇ। ਇਕੱਲੀ ਡੰਡੀਆਂ ਉਹ ਪਾਣੀ ਪਾ ਕੇ ਉਬਾਲ ਲੈਣੀਆਂ ਹੈਗੀ। ਇਹ ਤੁਸੀਂ ਆਪਣੇ ਪਾਣੀ ਸਾਰੇ ਦਿਨ ਆਹੀ ਯੂਜ਼ ਕਰੋ। ਪਾਣੀ ਫਰਿੱਜ ਮਾ ਨਹੀਂ ਰੱਖਣਾ। ਇਹ ਜਿਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੈਗੀ, ਦਰਦ ਹੁੰਦਾ, ਫਰਿੱਜ ਦੀਆਂ ਚੀਜ਼ਾਂ ਤਾਂ ਬੰਦੇ ਕਰ ਦੇਵੇ ਨਾ ਤਾਂ ਵਧੀਆ ਰੂਮ ਟੈਂਪਰੇਚਰ ਵਾਲੀ ਇਹ ਚੀਜ਼ ਖਾਣੀ ਹੈਗੀ। ਇਹੀ ਪਾਣੀ ਪੀ ਚੱਲੇ ਇਹੀ ਸਾਰੇ ਆਪਣੇ ਦਰਦਾਂ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਤੇ ਨਹੀਂ ਤਾਂ ਤੁਸੀਂ ਆਪਣੇ 4-5 ਚਮਚੇ ਔਲੇ ਦਾ ਜੂਸ ਤੇ ਵਿੱਚੋਂ ਤੁਸੀਂ ਗੁੜ ਪਾ ਕੇ ਥੋੜਾ 5-4 ਚਮਚੇ ਤੁਸੀਂ ਔਲੇ ਦਾ ਜੂਸ ਲੈ ਲੈਣਾ ਹੈਗਾ, ਵਿੱਚੋਂ ਅੱਧਾ ਕੁ ਗਲਾਸ ਪਾਣੀ ਦਾ ਪਾ ਲੈਣਾ ਹੈਗਾ, ਥੋੜਾ ਜਿਹਾ ਗੁੜ ਪਾ ਕੇ ਜਿਸ ਤਰ੍ਹਾਂ ਉਬਾਲਾ ਦੇ ਕੇ ਉਹਨੂੰ ਗਰਮ ਕਰਕੇ ਉਹ ਫਿਰ ਹੌਲੀ ਘੁੱਟ ਕਰਕੇ ਪੀਓ ਤੁਸੀਂ। ਇਹਦੇ ਨਾਲ ਵੀ ਆਪਣੇ ਜਿਹੜਾ ਗਠੀਆ ਆਪਣੇ ਠੀਕ ਹੋ ਜਾਂਦਾ, ਲੱਗ ਜਾਂਦਾ ਜੀ ਇਹਦੇ ਨਾਲ। ਅੱਛਾ, ਰੀਹ ਦੀ ਦਰਦ ਵਾਸਤੇ ਹੋਰ ਨੁਕਸੇ ਆ ਰੀਹ ਦੀ ਦਰਦ ਜਿਹਨਾਂ ਨੂੰ ਪੁੱਛਦੇ ਸੀ ਉਹ ਲੈਣਾ ਹੈਗੇ। ਉਹਨਾਂ ਨੇ ਕੂੜਾ ਸੱਕ ਜਾਂ ਕੂੜਾ ਛਾਲ ਲਿਖਿਆ ਹੋਊਗਾ ਪੈਕਟ ਦੇ ਉੱਤੇ, ਤੇ ਮਿੱਠੀਆਂ ਸਰੰਜਾਂ ਲੈਣੀਆਂ ਹੈਗੀਆਂ, ਸੁੰਡ ਲੈਣੀ ਹੈਗੀ, ਅਸਗੰਧ ਲੈਣੀ ਹੈਗੀ, ਜਾਂ ਇਹ ਸਾਰੀਆਂ ਚੀਜ਼ਾਂ ਲੈਣੀਆਂ ਬਰਾਬਰ। ਇਹਨਾਂ ਨੂੰ
ਕੁੱਟ ਕੇ ਰੱਖ ਲਓ। ਫਿਰ ਤੁਸੀਂ ਆਪਣੇ ਉਹ ਘਰ ਪੰਜੀਰੀ ਬਣਾ ਲਓ, ਜਿਸ ਤਰ੍ਹਾਂ ਪੰਜੀਰੀ ਆਪਾਂ ਖਾਂਦੇ ਹੈਗੇ। ਇਹ ਪਾਊਡਰ ਦਾ 1 ਚਮਚਾ ਤੁਸੀਂ ਪੰਜੀਰੀ ਵਾਂ ਮਿਲਾ ਕੇ ਇਹ ਖਾ ਲਿਆ ਕਰੋ ਜੀ। ਇਹ ਵੀ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਇਹ ਦਵਾਈਆਂ ਮੈਂ ਫੇਰ ਦੱਸ ਦਿੰਦਾ ਇੱਕ ਵਾਰੀ। ਕੂੜਾ ਸੱਕ, ਮਿੱਠੀਆਂ ਸਰਿੰਜਾਂ, ਸੁੰਡ, ਅਸਗੰਧ, ਇਹ ਚੀਜ਼ਾਂ ਲੈਣੀਆਂ ਹੈਗੀਆਂ ਜੀ। ਸਮਾਂ ਵੀ ਹੋ ਗਿਆ ਜੀ ਹੁਣ। ਚਲੋ ਠੀਕ ਹੈ ਜੀ। ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਮੈਂ ਸਭ ਨੂੰ